ਸੰਗਤ ਏਡ ਮੈਡੀਕਲ ਕੇਅਰ ਫੰਡ ਨਾਲ ਜੁੜੀਆਂ ਹੋਈਆਂ ਸਮੂਹ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਇਹ ਉੱਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਾ ਕੇ ਜਿੱਥੇ ਲੋੜਵੰਦ ਗਰੀਬ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝੇ ਹੁੰਦੇ ਨੇ, ਸੰਗਤ ਜੀ ਆਪ ਜੀ ਦੀ ਸਹਾਇਤਾ ਦੇ ਨਾਲ ਉਸ ਪਰਿਵਾਰ ਦੀ ਸਹਾਇਤਾ ਕੀਤੀ ਜਾਂਦੀ ਹੈ। ਸੋ ਉਹਨਾਂ ਹੀ ਸੇਵਾਵਾਂ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਤਰਨਤਾਰਨ ਸ਼ਹਿਰ ਦੇ ਨਾਲ ਹੀ ਪਿੰਡ ਨੂਰਦੀ ਪਹੁੰਚੇ ਹਾਂ। ਗੁਰੂ ਸਾਹਿਬ ਜੀ ਦੇ ਓਟ ਆਸਰਾ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਕਾਫੀ ਹੀ ਮਰੀਜ਼ਾਂ ਦੇ ਇਲਾਜ ਹੋ ਚੁੱਕੇ ਨੇ। ਕਈਆਂ ਮਰੀਜ਼ਾਂ ਦੀਆਂ ਦਵਾਈਆਂ ਵੀ ਚੱਲ ਰਹੀਆਂ ਨੇ, ਕਿਉਂਕਿ ਸੰਗਤ ਜੀ ਇਹ ਖਰਚੇ ਬਹੁਤ ਵੱਡੇ ਹੁੰਦੇ ਹਨ ਅਤੇ ਇਹ ਖਰਚੇ ਜਿੰਨੇ ਵੀ ਹਨ ਆਪ ਜੀ ਦੀ ਸਹਾਇਤਾ ਦੇ ਨਾਲ ਹੀ, ਆਪ ਜੀ ਦੇ ਉੱਦਮ ਸਦਕਾ ਹੀ ਪੂਰੇ ਹੋ ਸਕਦੇ ਹਨ। ਕਿਉਂਕਿ ਸਾਡੇ ਸਿਆਣੇ ਕਹਿੰਦੇ ਹੁੰਦੇ ਨੇ ਕਿ ਇਕੱਲਾ ਤੇ ਰੁੱਖ ਵੀ ਵੱਧ ਫੁੱਲ ਨਹੀਂ ਸਕਦਾ, ਅਤੇ ਇੱਥੇ ਹਰ ਇੱਕ ਨੂੰ, ਕਿਉਂਕਿ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ। ਸੋ ਸੰਗਤ ਜੀ ਇੰਨੇ ਵੱਡੇ ਖਰਚੇ ਜੋ ਗਰੀਬ ਗੁਰਬਾ ਲੋੜਵੰਦ ਮੈਡੀਕਲ ਸਹੂਲਤ ਤੋਂ ਵਾਂਝੇ ਹੁੰਦੇ ਹਨ, ਸੰਗਤ ਜੀ ਇਹ ਸਾਰੀਆਂ ਹੀ ਸੇਵਾਵਾਂ ਆਪ ਜੀ ਦੇ ਸਹਿਯੋਗ ਸਦਕਾ ਹੀ ਪੂਰੀਆਂ ਹੋ ਸਕਦੀਆਂ ਨੇ। ਅਤੇ ਹੁਣ ਅਸੀਂ ਇਸ ਵਕਤ ਮੌਜੂਦ ਹਾਂ ਨੂਰਦੀ ਪਿੰਡ ਦੇ ਇੱਕ ਪਰਿਵਾਰ ਦੇ ਵਿੱਚ। ਬਾਕੀ ਗੱਲਬਾਤ ਅਸੀਂ ਪਰਿਵਾਰ ਨੂੰ ਮਿਲ ਕੇ ਆਪ ਜੀ ਦੇ ਨਾਲ ਕਰਾਂਗੇ। ਇੱਥੇ ਭੈਣ ਜੀ ਹੋਣੀ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਕੁ ਸੂਤਰਾਂ ਤੋਂ ਪਤਾ ਲੱਗਾ, ਕਹਿੰਦੇ ਨੇ ਕਿ ਉਹਨਾਂ ਦੇ ਕੰਨ ਦੇ ਵਿੱਚ ਪ੍ਰੋਬਲਮ ਹੈ ਅਤੇ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਨੇ ਕਿ ਉਹਨਾਂ ਦਾ ਕੰਨਾਂ ਦਾ ਇਲਾਜ ਕੀਤਾ ਜਾਵੇ। ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਨੂੰ ਪਤਾ ਹੀ ਜੋ ਪੰਜਾਬ ਦੇ ਅੱਜ ਕੱਲ੍ਹ ਹਾਲਾਤ ਨੇ, ਗਰੀਬੀ, ਭੁੱਖਮਰੀ, ਉੱਤੋਂ ਸਾਡੀਆਂ ਸਰਕਾਰਾਂ ਵੀ ਕੁਝ ਵੀ ਸਾਥ ਨਹੀਂ ਦੇ ਰਹੀਆਂ। ਤਾਂ ਇਹੋ ਜਿਹੇ ਵਿਖੜੇ ਹਾਲਾਤਾਂ ਵਿੱਚ ਸਿਰਫ ਬੰਦਾ ਰੱਬ ਦੇ ਅੱਗੇ ਹੀ ਬੇਨਤੀ ਕਰ ਸਕਦਾ ਹੈ। ਜਿੱਥੇ ਕਹਿੰਦੇ ਕੋਈ ਨਹੀਂ ਆਣ ਕੇ ਖਲੋਂਦਾ, ਉੱਥੇ ਪ੍ਰਮਾਤਮਾ ਦਾ ਨਾਮ ਹੀ ਸਹਾਈ ਹੁੰਦਾ ਹੈ। ਅਸੀਂ ਜਿਸ ਪਰਿਵਾਰ ਦੇ ਕੋਲ ਆਏ ਹਾਂ, ਬੇਨਤੀ ਕਰਨਾ ਚਾਹੁੰਦੇ ਨੇ ਭੈਣ ਜੀ ਹੁਣੀ, ਜਿਨ੍ਹਾਂ ਨੂੰ ਕਿ ਕੰਨਾਂ ਦੀ ਪ੍ਰੋਬਲਮ ਹੈ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਂ ਹੈ ਭੈਣ ਜੀ ਤੁਹਾਡਾ? ਕਮਲੇਸ਼ ਕੌਰ। ਭੈਣ ਜੀ ਕਿੰਨੇ ਕੁ ਸਮੇਂ ਤੋਂ ਆਪ ਜੀ ਨੂੰ ਪਰੇਸ਼ਾਨੀ ਹੈ ਕੰਨਾਂ ਦੀ? ਇਹ 2-3 ਸਾਲ ਹੀ ਹੋ ਗਏ ਵਾ, ਮਤਲਬ ਕੰਨ ਦੁਖਦਾ ਵਾ ਤੇ ਵਗਦਾ ਵਾ। ਅਤੇ ਤੁਸੀਂ ਹੋਰ ਕਿਸੇ ਡਾਕਟਰ ਸਾਹਿਬ ਨੂੰ ਜਾਂ ਕਿੰਨਿਆਂ ਕੁ ਡਾਕਟਰਾਂ ਨੂੰ ਦਿਖਾ ਚੁੱਕੇ, ਉਹਨਾਂ ਨੇ ਕੀ ਕਿਹਾ ਤੁਹਾਨੂੰ? ਹਾਂ, ਡਾਕਟਰਾਂ ਨੇ ਵਿਖਾਇਆ ਸੀ, ਪਰ ਦਵਾਈ ਵੀ ਖਾਂਦੇ ਰਹੇ ਅਤੇ ਦਵਾਈ ਨਾਲ ਫਰਕ ਨਹੀਂ ਪੈਂਦਾ ਥੋੜ੍ਹਾ ਬਹੁਤਾ ਵੀ। ਠੀਕ ਹੈ, ਫਿਰ ਵੀ ਉਹਨਾਂ ਨੇ ਤੁਹਾਨੂੰ ਗਾਂ ਕੋਈ ਸਲਾਹ ਜਾਂ ਗਾਈਡੈਂਸ ਤੇ ਕੀਤੀ ਹੋਊਗੀ ਵੀ ਹੁਣ ਕੀ ਇਹਦਾ ਇਲਾਜ ਹੋ ਸਕਦਾ ਹੈ? ਹਾਂਜੀ, ਉਹ ਕਹਿੰਦੇ ਵੀ ਕੰਨ ਦਾ ਪਰਦਾ ਜਿੱਦਾਂ ਗਲਿਆ ਵਾ ਅਤੇ ਆਪਰੇਸ਼ਨ ਹੀ ਹੋਊਗਾ। ਮੈਂ ਇਹ ਸੰਗਤ ਦੀ ਜਾਣਕਾਰੀ ਲਈ ਪੁੱਛਣਾ ਚਾਹੁੰਦਾ ਕਿ ਤੁਹਾਡੇ ਘਰ ਵਾਲੇ ਕੀ ਕਰਦੇ ਨੇ ਅਤੇ ਕਿੰਨੇ ਬੱਚੇ ਨੇ ਅਤੇ ਪਰਿਵਾਰ ਦਾ ਕਿਵੇਂ ਦਾ ਮਾਹੌਲ ਹੈ? ਉਹ ਮਜ਼ਦੂਰ ਨੇ, ਆਪ ਦਿਹਾੜੀ ਕਰਦੇ ਨੇ ਅਤੇ ਬੱਚੇ ਹੈਗੇ, ਇੱਕ ਲੜਕਾ ਇੱਕ ਲੜਕੀ ਆ। ਹਾਂਜੀ। ਸੋ ਭੈਣ ਜੀ ਚਲੋ, ਇੱਕ ਆਦਮੀ ਦਾ ਤਾਂ ਇਹ ਫਰਜ਼ ਹੁੰਦਾ ਹੈ ਕਿ ਉਹਨੇ ਬਾਹਰ ਜਾ ਕੇ ਕਮਾਈ ਕਰਨੀ ਹੈ ਅਤੇ ਲਿਆਣ ਕੇ ਜੋ ਵੀ ਉਹਦੀ ਕਿਰਤ ਕਮਾਈ ਹੈ ਆਪਣੀ ਪਤਨੀ ਦੇ ਹੱਥ ਦੇ ਉੱਪਰ ਰੱਖ ਦੇਣੀ ਹੈ। ਪਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੱਕ ਔਰਤ ਨੂੰ ਹੀ ਪਤਾ ਹੁੰਦਾ ਕਿ ਉਹਨੇ ਕੀ ਮੈਨੇਜ ਕਰਨਾ ਹੈ, ਕਿਵੇਂ ਆਪਣੇ ਪਰਿਵਾਰ ਨੂੰ ਕਰਨਾ ਹੈ। ਔਖਾ ਹੀ ਆ ਵੀਰੇ, 300 ਦਿਹਾੜੀ ਨਾਲ ਬਣਦਾ ਕੀ ਆ? ਥੋੜ੍ਹਾ ਬਹੁਤਾ ਮੈਂ ਕਰ ਲਈਦਾ ਹੋਈ ਤਾਂ ਮਾੜਾ ਮੋਟਾ ਸਰਦਾ ਬਣਦਾ ਹੋ ਜਾਂਦਾ ਵਾ। ਹਾਂਜੀ। ਕਿਉਂਕਿ ਅੱਜ ਦੇ ਜਿਹੜਾ ਸਮਾਂ ਹੈ, ਹਰ ਮਾਂ ਬਾਪ ਆਪ ਭਾਵੇਂ ਅੱਧੀ ਰੋਟੀ ਖਾ ਲੇ ਪਰ ਚਾਹੁੰਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਜਿਉਣ ਲਈ ਦੇਵਾਂ। ਕਿਉਂਕਿ ਸੰਗਤ ਜੀ ਆਪ ਜੀ ਦੀ ਜਾਣਕਾਰੀ ਤੇ ਦੱਸਦਾ ਕਿ ਮਾਂ ਪਿਓ ਭਾਵੇਂ ਕਿੰਨੇ ਵੀ ਮਾੜੇ ਹਾਲਾਤਾਂ ਦੇ ਵਿੱਚ ਹੋਵੇ, ਪਰ ਉਹ ਫਿਰ ਵੀ ਚਾਹੁੰਦਾ ਹੈ ਕਿ ਜੋ ਰੀਝ ਜਾਂ ਜੋ ਚਾਹ ਮੇਰੇ ਨਹੀਂ ਪੂਰੇ ਹੋਏ ਉਹ ਮੇਰੇ ਬੱਚਿਆਂ ਦੇ ਹੋਣ। ਅਤੇ ਉਹ ਕਿਸੇ ਵੀ ਹੱਦ ਤੱਕ ਮਾਂ ਪਿਓ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਜਾਂ ਉਹਨਾਂ ਦੀ ਪੜ੍ਹਾਈ ਲਿਖਾਈ ਕਰਾਉਣ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦਾ ਹੈ। ਅਤੇ ਭੈਣ ਜੀ ਫਿਰ ਬੱਚੇ ਤੁਹਾਡੇ ਪੜ੍ਹਦੇ ਨੇ ਜਾਂ ਕਿਵੇਂ? ਹਾਂਜੀ, ਸਰਕਾਰੀ ਸਕੂਲ ਪਾਇਆ ਵਾ, ਛੋਟਾ ਮੁੰਡਾ ਵੱਡਾ, ਅਤੇ ਸਕੂਲ ਇੱਦਾਂ ਹੀ ਆ ਕਿ ਲੱਗਦੇ ਨਹੀਂ ਆ, ਹੁਣ ਘਰੇ ਹੀ ਹੈ ਬੱਚੇ। ਅਤੇ ਸਕੂਲ ਦਾ ਖਰਚਾ ਫਿਰ ਕਿਵੇਂ ਆ? ਸਕੂਲ ਦਾ ਖਰਚਾ ਵੀ ਥੋੜ੍ਹਾ ਬਹੁਤਾ ਇੱਦਾਂ ਹੀ ਆ, ਕਦੋਂ ਕੱਢ ਲਈਦਾ ਅਤੇ ਕਦੋਂ ਫਿਰ ਇੱਦਾਂ ਹੀ ਆ, ਔਖਾ ਹੀ ਆ। ਅਤੇ ਭੈਣ ਜੀ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਜੀ ਸੰਗਤ ਏਡ ਮੈਡੀਕਲ ਕੇਅਰ ਫੰਡ ਨੂੰ? ਕਿਉਂਕਿ ਜਿਹੜੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੀਆਂ ਸੇਵਾਵਾਂ ਚੱਲਦੀਆਂ ਨੇ। ਕਿਉਂਕਿ ਅੱਜ ਤੁਹਾਨੂੰ ਵੀ ਪਤਾ ਹੈ ਮਹਿੰਗਾਈ ਕਿੰਨੀ ਹੋ ਗਈ ਹੈ, ਹਰ ਕੋਈ ਬੰਦਾ 2 ਵਕਤ ਦੀ ਰੋਟੀ ਖਾਣੀ ਅੱਜ ਦੇ ਸਮੇਂ ਦੇ ਵਿੱਚ ਤੇ ਔਖੀ ਹੋਈ ਪਈ ਹੈ। ਜਿਵੇਂ ਤੁਸੀਂ ਕਹਿ ਰਹੇ ਜੀ ਕਿ 300 ਰੁਪਈਆ ਦਿਹਾੜੀ ਹੈ ਅਤੇ ਫਿਰ ਉਹਦੇ ਵਿੱਚੋਂ ਹੋਰ ਚੀਜ਼ਾਂ ਮੈਨੇਜ ਵੀ ਕਰਨੀਆਂ ਕਿੰਨੀਆਂ ਔਖੀਆਂ ਨੇ। ਅਤੇ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਜੀ ਸੰਗਤ ਏਡ ਮੈਡੀਕਲ ਕੇਅਰ ਫੰਡ ਨੂੰ? ਸੰਗਤ ਨੂੰ ਇਹ ਬੇਨਤੀ ਆ ਕਿ ਥੋੜ੍ਹੀ ਬਹੁਤੀ ਸਾਡੀ ਮਦਦ ਕਰਨ, ਵੀ ਆਪਣੀ ਪਹੁੰਚ ਨਹੀਂ ਹੈਗੀ ਇਹ ਆਪਰੇਸ਼ਨ ਕਰਾਉਣ ਦੀ। ਆਪਣੇ ਘਰ ਦੇ ਹਾਲਾਤ
ਆਪ ਸਭ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ ਤੇ ਆਪ ਜੀ ਦੇ ਅੱਗੇ ਪੱਲਾ ਅੱਡਿਆ ਹੈ ਕਿ ਸਾਡੀ ਸਹਾਇਤਾ ਕੀਤੀ ਜਾਵੇ। ਬਾਕੀ ਗੱਲਬਾਤ ਡਾਕਟਰ ਸਾਹਿਬ ਉਹਨਾਂ ਨੂੰ ਮਿਲਣ ਤੋਂ ਬਾਅਦ ਹੀ ਦੱਸ ਸਕਦੇ ਨੇ ਕਿ ਖਰਚਾ ਵੱਧ ਵੀ ਸਕਦਾ ਹੈ ਤੇ ਘਟ ਵੀ ਸਕਦਾ ਹੈ। ਬਾਕੀ ਹਾਲਾਤ ਭੈਣ ਕਮਲੇਸ਼ ਕੌਰ ਜੀ ਨੇ ਆਪਣੇ ਪਰਿਵਾਰ ਦੇ ਤੁਹਾਡੇ ਨਾਲ ਸਾਂਝੇ ਕਰ ਹੀ ਚੁੱਕੇ ਨੇ ਕਿ 300 ਰੁਪਿਆ ਉਹਨਾਂ ਦੇ ਸਿਰ ਦੇ ਸਾਈਂ ਦੀ ਜਿਹੜੀ ਕਮਾਈ ਹੈ ਇੱਕ ਦਿਨ ਦੀ, ਮਹੀਨੇ ਦਾ 9,000 ਰੁਪਿਆ ਬਣਦਾ ਹੈ ਤੇ ਉਹਦੇ ਵਿੱਚੋਂ ਕਈ ਵਾਰੀ ਦਿਹਾੜੀ ਟੁੱਟ ਵੀ ਜਾਂਦੀ ਹੈ, ਕਈ ਵਾਰੀ ਦਿਹਾੜੀ ਲੱਗ ਵੀ ਜਾਂਦੀ ਹੈ ਵੀ ਜਿਹੜਾ ਮੈਕਸਿਮਮ 5-6 ਹਜ਼ਾਰ ਰੁਪਿਆ ਹੀ ਕਮਾਉਂਦੇ ਨੇ। ਹੁਣ ਉਨੇ ਚਿਰ ਦੇ ਵਿੱਚੋਂ ਇਹਨਾਂ ਦੇ 2 ਧੀਆਂ ਪੁੱਤ ਨੇ, ਇੱਕ ਬੇਟੀ ਇੱਕ ਬੇਟਾ ਏ, ਉਹਨਾਂ ਨੂੰ ਪਾਲਣਾ ਪੋਸਣਾ ਹੋਰ ਜ਼ਿੰਮੇਵਾਰੀਆਂ ਵੀ ਬਣਦੀਆਂ ਨੇ। ਸੋ ਸੰਗਤ ਜੀ, ਆਪ ਜੀ ਦੇ ਚਰਨਾਂ ਦੇ ਵਿੱਚ ਭੈਣ ਕਮਲੇਸ਼ ਕੌਰ ਜੀ ਉਹਨਾਂ ਨੇ ਇਹ ਗੁਹਾਰ ਲਾਈ ਏ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਉਹਨਾਂ ਦੀ ਇਲਾਜ ਕਰਵਾਇਆ ਜਾਵੇ, ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਦੇ ਨਾਲ ਨਾਲ ਆਪਣੇ ਸਿਰ ਦੇ ਸਾਈਂ ਦੇ ਨਾਲ ਹੱਥ ਵਟਾ ਸਕਣ, ਤਾਂ ਜੋ ਇਸ ਵਿਖੜੇ ਹਾਲਾਤਾਂ ਦੇ ਵਿੱਚ ਉਹ ਆਪਣੇ ਪਰਿਵਾਰ ਦਾ ਸਾਥ ਦੇ ਸਕਣ। ਇੱਥੇ ਹੀ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਹੋਰ ਵੀ ਹਨ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਤਾ ਜੀ, ਆਪ ਜੀ ਕੀ ਲੱਗਦੇ ਜੀ ਭੈਣ ਜੀ? ਇਹ ਨੋ ਆ ਮੇਰੇ। ਇਹ ਤੇ ਮੈਨੂੰ ਜ਼ਿਆਦਾ ਚਿਰ ਪਹਿਲਾਂ ਤਾਂ ਨਹੀਂ ਦੱਸਿਆ, ਵੀ ਸਾਲ ਕੀ ਹੋ ਗਿਆ ਜ਼ਿਆਦਾ ਵਗਦੇ ਨੂੰ ਦੁਖਦੇ ਨੂੰ, ਤੇ ਫਿਰ ਮੈਂ ਕਰਵਾਇਆ ਆਪਣੇ ਪਿੰਡ ਦਾ ਡਾਕਟਰ ਆ ਤੇ ਉਹਨਾਂ ਨੂੰ ਦਿਖਾਇਆ, 1-2 ਵਾਰੀ ਦਵਾਈ ਦੇ ਦਿੰਦੇ ਰਹੇ। ਮੁੜ ਕੇ ਜੇ ਜ਼ਿਆਦਾ ਹੋਇਆ ਫਿਰ ਮੈਂ ਗਈ ਤੇ ਉਹ ਕਹਿੰਦੇ ਵੀ ਮੇਰੇ ਵਾਸਤੇ ਰੋਗ ਨਹੀਂ, ਕਿ ਇਹਨੂੰ ਦਿਖਾਓ ਕਿਸੇ ਚੰਗੇ ਡਾਕਟਰ ਕੋਲ। ਫਿਰ ਉਹਨਾਂ ਦੀ ਸਲਾਹ ਲਿੱਤੀ ਤੇ ਉੱਥੇ ਡਾਕਟਰ ਨੂੰ ਦਿਖਾਇਆ, ਉਹਨਾਂ ਨੇ ਕਿਹਾ ਕਿ ਇਹਦਾ ਆਪਰੇਸ਼ਨ ਹੀ ਹੋਊਗਾ। ਹਾਂਜੀ, ਦਵਾਈ ਉਹਨਾਂ ਦਿੱਤੀ ਸੀ, ਦਵਾਈ ਅਸੀਂ ਖਾ ਲਈ ਉਹ। ਹਾਂਜੀ। ਤੇ ਇੱਥੇ ਮਾਤਾ ਜੀ, ਜਦੋਂ ਇੱਕ ਵਾਰੀ ਡਾਕਟਰ ਸਾਹਿਬ ਉਹਨਾਂ ਨੇ ਦੱਸਤਾ ਵੀ ਮੇਰੇ ਵੱਸੋਂ ਗੱਲ ਬਾਹਰ ਆ ਤੇ ਤੁਸੀਂ ਤਰਨਤਾਰਨ ਭੈਣ ਜੀ ਉਹਨਾਂ ਨੂੰ ਲੈ ਗਏ, ਜਦੋਂ ਉਹਨਾਂ ਨੇ ਤੁਹਾਨੂੰ ਖਰਚੇ ਦੀ ਗੱਲ ਦੱਸੀ ਵੀ ਆਪਰੇਸ਼ਨ ਕਰਾਉਣਾ ਪੈਣਾ, ਕਿਉਂਕਿ ਅੱਜ ਜਿਹੜੇ ਹਾਲਾਤ ਨੇ, ਤੁਸੀਂ ਸਾਡੇ ਤੋਂ ਸਿਆਣੇ ਜੋ ਕਿ ਪੁਰਾਣੇ ਸਮੇਂ ਦੇ ਵਿੱਚ ਤੇ ਬੰਦਾ ਰੋਟੀ ਪਾਣੀ ਆਪਣਾ ਖਾ ਕੇ ਨਿਰਵਾਹ ਕਰ ਲੈਂਦਾ ਸੀ, ਪਰ ਅੱਜ ਸਮੇਂ ਦੇ ਨਾਲ ਨਾਲ ਹੋਰ ਖਰਚੇ ਵੀ ਬੜੇ ਵੱਧ ਗਏ ਨੇ। ਅੱਜ ਜਿੰਨੀ ਮਹਿੰਗਾਈ ਹੈ, ਬੰਦਾ 2 ਵਕਤ ਦੀ ਰੋਟੀ ਵੀ ਖਾਣੀ ਔਖੀ ਹੋ ਗਈ ਹੈ। ਅਸੀਂ ਤੇ ਇੰਨੇ ਜੋਗੇ ਹੈ ਹੀ ਨਹੀਂ, ਇਸੇ ਕਰਕੇ ਮੈਂ ਥੋੜਾ ਇਰਾਦਾ ਹਟਾ ਹੀ ਲਿਆ ਸੀ ਵੀ ਆਪਰੇਸ਼ਨ ਕਿੱਥੋਂ ਕਰਾਵਾਂਗੇ, ਰੋਟੀ ਤੇ ਘਰ ਪੂਰੀ ਨਹੀਂ ਹੁੰਦੀ, ਬਹੁਤ ਮੁਸ਼ਕਲ ਆ, ਹਰ ਇੱਕ ਚੀਜ਼ ਤੇ ਮੁੱਲ ਦੀ ਹੈ। ਕਈ ਵਾਰੀ ਮਾਤਾ ਜੀ ਇਵੇਂ ਹੁੰਦਾ ਵਾ ਵੀ ਹੋਰ ਆਂਢ ਗੁਆਂਢ ਜਾਂ ਪਿੰਡ ਦੀ ਹੋਰ ਮੈਂਬਰ ਪੰਚਾਇਤ ਜਾਂ ਹੋਰ ਮੋਹਤਵਾਰ ਬੰਦੇ ਕਈ ਵਾਰੀ ਸਹਾਇਤਾ ਲਈ ਅੱਗੇ ਆ ਜਾਂਦੇ, ਕੀ ਤੁਸੀਂ ਉਹਨਾਂ ਦੇ ਕੋਲ ਇਹ ਸਹਾਇਤਾ ਦੀ ਗੱਲ ਨਹੀਂ ਕੀਤੀ? ਨਹੀਂ, ਅਸੀਂ ਨਹੀਂ ਕੀਤੀ, ਕਿਸੇ ਨਾਲ ਨਹੀਂ ਕੀਤੀ ਗੱਲ। ਇੱਕ ਆਪਣੇ ਉਹ ਕੁੜੀ ਹੈ ਇੱਥੋਂ ਦੀ, ਉਹਦੇ ਨਾਲ ਗੱਲ ਕੀਤੀ ਜਿਹੜੀ ਹਸਪਤਾਲ ਲੱਗੀ ਹੈ। ਹਾਂਜੀ, ਉਸੇ ਵਿਚਾਰੀ ਨੇ ਮੈਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਤੁਸੀਂ, ਉਹਨਾਂ ਨੇ ਗੱਲਬਾਤ ਕੀਤੀ ਸੀ, ਕਹਿੰਦੀ ਮੈਂ ਮਾਮੀ ਜੀ ਕਰ ਦੂੰਗੀ, ਨੋ ਹੀ ਆ ਵੀ। ਹਾਂਜੀ। ਕਿਉਂਕਿ ਸੰਗਤ ਜੀ, ਇੱਥੇ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਏ, ਕਈ ਵਾਰੀ ਨਾ ਸਾਡੇ ਮਨਾਂ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਕੋਈ ਭੈਣ ਭਰਾ ਜਾਂ ਹੋਰ ਸਾਡੇ ਆਂਢ ਗੁਆਂਢੋਂ ਸਾਡੀ ਸਹਾਇਤਾ ਕਰੇ, ਪਰ ਜਿੰਨੀ ਮਹਿੰਗਾਈ ਹੈ, ਮਨੁੱਖ ਆਪਣਾ ਪਰਿਵਾਰ ਅੱਜ ਮਸਾਂ ਹੀ ਪਾਲ ਰਿਹਾ ਹੈ ਹਰ ਕੋਈ। ਸੋ ਇਹ ਗਿਲਾ ਵੀ ਅਸੀਂ ਕਿਸੇ ਦੇ ਉੱਪਰ ਨਹੀਂ ਕਰ ਸਕਦੇ। ਕੀ ਨਾਂ ਹੈ ਭਾਜੀ ਤੁਹਾਡਾ? ਰਾਜੀ ਦਵਿੰਦਰ ਸਿੰਘ। ਠੀਕ ਹੈ ਜੀ। ਤੇ ਭਾਜੀ ਕੀ ਕੰਮ ਕਰਦੇ ਜੇ ਆਪ? ਮੈਂ ਜੀ ਮਜ਼ਦੂਰੀ ਕਰਦਾ। ਠੀਕ ਹੈ ਜੀ। ਹਾਂਜੀ। ਤੇ ਅੱਜ ਦੇ ਸਮੇਂ 'ਚ ਜਿੱਥੇ ਇੰਨੀ ਮਹਿੰਗਾਈ ਵੱਧ ਚੁੱਕੀ ਏ ਤੇ ਫਿਰ ਪਰਿਵਾਰ ਦਾ ਕਿਵੇਂ ਪਾਲਣ ਪੋਸ਼ਣ ਹੁੰਦਾ? ਬਹੁਤ ਮੁਸ਼ਕਲ ਹੈ ਜੀ। ਹਾਂਜੀ, ਬਹੁਤ ਜ਼ਿਆਦਾ ਜੀ। ਤੇ ਜਿਵੇਂ ਭਾਜੀ ਤੁਸੀਂ, ਤੁਹਾਡੇ ਜੀਵਨ ਸਾਥੀ ਨੇ ਭੈਣ ਕਮਲੇਸ਼ ਕੌਰ ਜੀ, ਕਹਿੰਦੇ ਵੀ ਇੱਕ ਔਰਤ ਸਭ ਤੋਂ ਪਹਿਲਾਂ ਜੋ ਵੀ ਉਹਨੂੰ ਦੁੱਖ ਤਕਲੀਫ ਹੁੰਦੀ ਏ ਉਹ ਆਪਣੇ ਪਤੀ ਨਾਲ ਸਾਂਝੀ ਕਰਦੀ ਏ, ਤੇ ਜਦੋਂ ਉਹਨਾਂ ਨੇ ਤੁਹਾਨੂੰ ਇਸ ਪ੍ਰੋਬਲਮ ਬਾਰੇ ਦੱਸਿਆ ਤਾਂ ਫਿਰ ਕੀ ਤੁਸੀਂ ਅੱਗੇ ਉਹਨਾਂ ਨੂੰ ਕੀ ਕਿਹਾ? ਮੈਂ ਜੀ ਕੀ ਕਹਿਣਾ ਸੀ, ਮੈਂ ਇਹਨਾਂ ਦੱਸਿਆ ਵੀ ਕੰਨ ਪੀੜ ਹੁੰਦਾ, ਦਵਾਈ ਦੂਈ ਲੈਂਦੇ ਰਹੇ ਆ, 1.5 ਸਾਲ ਲਈ ਆ, ਤੇ ਫਿਰ ਨਹੀਂ ਜ਼ਿਆਦਾ ਹੋ ਗਿਆ ਵਾ। ਉਹਨਾਂ ਦੱਸਿਆ ਵੀ ਇਹਦਾ, ਡਾਕਟਰ ਸਾਹਿਬ ਨੇ ਵੀ ਇਹਦਾ ਪਰਦਾ ਪਾਟਾ ਵਾ ਤੇ ਆਪਰੇਸ਼ਨ ਹੀ ਹੋਣਾ ਇਹਦਾ। ਦਵਾਈ ਉਹਨਾਂ ਦੱਸੀ ਸੀ 15-20 ਦਿਨ ਖਾਣ ਨੂੰ, ਉਹ ਖਵਾਈ ਆ। ਹਾਂਜੀ। ਸੰਗਤ ਏਡ ਮੈਡੀਕਲ ਕੇਅਰ ਫੰਡ ਜਿਹਦੇ ਅੱਗੇ ਤੁਸੀਂ ਇਹ ਮਦਦ ਦੀ ਗੁਹਾਰ ਕਰ ਰਹੇ ਜੋ, ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਮੈਂ ਜੀ ਸੰਗਤਾਂ ਨੂੰ ਇਹੀ ਕਹਿੰਦਾ ਵਾਂ ਵੀ ਬਹੁਤ ਜ਼ਿਆਦਾ ਮੁਸ਼ਕਲ ਦਿਹਾੜੀਦਾਰ ਬੰਦਾ ਮੈਂ, ਤੇ ਮੇਰੀ ਮਦਦ ਕੀਤੀ ਜਾਵੇ। ਸੋ ਸੰਗਤ ਜੀ, ਤੁਸੀਂ ਦੇਖ ਹੀ ਲਿਆ ਇਹ, ਕੁਝ ਕਹਿਣ ਦੀ ਵੈਸੇ ਤੇ ਲੋੜ ਹੀ ਨਹੀਂ ਆ ਵੀ ਪਰਿਵਾਰ ਦੇ ਕਿੰਨੇ ਮਾੜੇ ਹਾਲਾਤ ਨੇ, ਕਿਉਂਕਿ ਵੀਰ ਆਪ ਦਿਹਾੜੀ ਕਰਦਾ ਏ ਤੇ 300 ਰੁਪਏ ਦੇ ਵਿੱਚ ਆਪਣੇ ਪਰਿਵਾਰ ਨੂੰ ਪਾਲਣਾ ਕਿੰਨਾ ਕਠਿਨ ਹੋ ਗਿਆ ਏ। ਜਿਸ ਪਰਿਵਾਰ ਦੇ ਵਿੱਚ ਆਏ ਆ ਪਿੰਡ ਨੂਰ ਦੇ ਵਿੱਚ, ਜਿੱਥੇ ਇੱਕ ਪਰਿਵਾਰ ਦੇ ਮੈਂਬਰ ਦੀ ਤੇ ਤੁਹਾਡੇ ਨਾਲ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਗੱਲ ਕਰ ਹੀ ਚੁੱਕੇ ਹਾਂ ਕਿ ਭੈਣ ਕਮਲੇਸ਼ ਕੌਰ ਜੀ ਜਿਨ੍ਹਾਂ ਨੂੰ ਕੰਨ ਦੀ ਪ੍ਰੋਬਲਮ ਹੈ ਤੇ ਉਹਨਾਂ ਦਾ ਆਪਰੇਟ ਹੋਣਾ ਹੈ। ਉੱਥੇ ਗੁਰੂ ਪਿਆਰੀ ਸਾਧ ਸੰਗਤ ਜੀ
ਮਾਤਾ ਜੀ ਹੁਣਾਂ ਦੇ 3 ਬੇਟੇ ਨੇ, ਤਿੰਨੇ ਦਿਹਾੜੀ ਕਰਦੇ ਨੇ। ਹਾਲਾਂਕਿ ਵਿਹੜਾ ਇਹਨਾਂ ਦਾ ਇੱਕੋ ਹੀ ਹੈ ਤੇ ਬਾਕੀ ਰੋਟੀ ਪਾਣੀ ਤੇ ਚਲੋ ਆਪੋ ਆਪਣਾ ਕਰਦੇ ਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਪਰਿਵਾਰ ਦਾ ਵਿਹੜਾ ਇੱਕੋ ਹੀ ਹੈ, ਜਿਹੜਾ ਕਿ ਬੜੀ ਸੋਹਣੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਮਨੁੱਖ ਜਿੰਨਾ ਮਰਜ਼ੀ ਪੜ੍ਹ ਲਿਖ ਜਾਵੇ, ਤਰੱਕੀਆਂ ਕਰ ਲੇ, ਗੱਡੀਆਂ ਕੋਠੀਆਂ, ਪਰ ਘਰਾਂ ਦੇ ਵਿੱਚ ਕੰਧਾਂ ਬੜੀ ਛੇਤੀ ਵੱਜ ਜਾਂਦੀਆਂ ਨੇ। ਉੱਥੇ ਇਹ ਗਰੀਬ ਪਰਿਵਾਰ ਸਲਾਹੁਣ ਦੇ ਯੋਗ ਹੈ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਗਰੀਬੀ ਹੋਣ ਦੇ ਕਾਰਨ ਵੀ ਘਰ ਦੇ ਵਿੱਚ ਕੰਧਾਂ ਨਹੀਂ ਵੱਜੀਆਂ, ਵਿਹੜਾ ਇੱਕੋ ਹੈ, ਤਾਂ ਜੋ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਮਿਲੇ, ਸਾਰਿਆਂ ਨੂੰ ਇੱਕੋ ਜਿਹਾ ਅਹਿਸਾਸ ਮਿਲੇ। ਸੋ ਅੱਜ ਦੇ ਸਮੇਂ ਦੇ ਵਿੱਚ ਇਸ ਪਰਿਵਾਰ ਤੋਂ ਸਾਨੂੰ ਇਹ ਚੀਜ਼ਾਂ ਸਿੱਖਣ ਦੀ ਲੋੜ ਹੈ। ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਜਿੱਥੋਂ ਤੱਕ ਗੱਲ ਦੱਸੀ, ਇਹਨਾਂ ਦੇ ਘਰ ਦੇ ਵਿੱਚ ਹੋਰ ਵੀ ਮੈਂਬਰ ਜਿਹੜੇ ਬਿਮਾਰ ਨੇ, ਪਰ ਹਾਲਾਤ ਮਾੜੇ ਤੇ ਪੈਸਾ ਨਾ ਹੋਣ ਕਰਕੇ ਉਹ ਵੀ ਆਪਣਾ ਇਲਾਜ ਪ੍ਰੋਪਰ ਨਹੀਂ ਕਰਾ ਸਕਦੇ। ਇੱਕ ਇਹਨਾਂ ਦੇ ਹੋਰ ਨੌਂ ਨੇ ਮਾਤਾ ਜੀ ਹੁਣਾਂ ਦੇ, ਜਿਨ੍ਹਾਂ ਦੇ ਕਿ ਬਾਂਹ ਦੇ ਉੱਪਰ ਵੀ ਕਾਫੀ ਤੌਰ 'ਤੇ ਸੱਟ ਲੱਗੀ ਹੋਈ ਏ, ਜ਼ਖਮੀ ਨੇ, ਜਿਹੜੀ ਕਿ ਕਈ ਵਾਰੀ ਸੁੱਜ ਜਾਂਦੀ ਏ ਤੇ ਪਰ ਇਲਾਜ ਦੇ ਪੈਸੇ ਦੇ ਦੁੱਖੋਂ ਉਹ ਇਲਾਜ ਪ੍ਰੋਪਰ ਤੌਰ 'ਤੇ ਨਹੀਂ ਕਰਾ ਸਕਦੇ। ਤੇ ਇਹੋ ਜਿਹੇ ਪਰਿਵਾਰਾਂ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਥੇ ਇੰਨੀਆਂ ਬਿਮਾਰੀਆਂ ਨੇ ਵੀ ਘੇਰਾ ਪਾਇਆ ਹੋਵੇ ਤੇ ਵਿਹੜਾ ਇੱਕ ਹੋਵੇ, ਉੱਥੇ ਪਰਿਵਾਰ ਸਲਾਹੁਣ ਦੇ ਯੋਗ ਹੈ। ਕਿਉਂਕਿ ਮਹਾਰਾਜ ਦੀ ਬਾਣੀ ਦਾ ਅਸੀਂ ਵਾਹ ਕੇ ਪੜ੍ਹਦੇ ਹਾਂ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਘਰ ਦਾ ਮਤਲਬ ਇੱਟਾਂ ਸੀਮਿੰਟ ਦਾ ਘਰ ਨਹੀਂ, ਹਿਰਦਾ ਘਰ। ਜਦੋਂ ਸਾਡੇ ਹਿਰਦੇ ਘਰ ਦੇ ਵਿੱਚ ਸੁੱਖ ਵਚ ਗਿਆ, ਫਿਰ ਸਾਨੂੰ ਸਾਰੇ ਸੰਸਾਰ ਦੇ ਵਿੱਚ ਹੀ ਸੁੱਖ ਨਜ਼ਰ ਆਏਗਾ। ਸੋ ਪਹਿਲਾਂ ਆਪਣੇ ਮਨ ਦੇ ਵਿੱਚ ਸੁਖੀ ਹੋਣ ਦੀ ਲੋੜ ਹੈ, ਕਿਉਂਕਿ ਇੱਕ ਦੁਕਾਨ ਦੇ ਉੱਪਰੋਂ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਉਹੀ ਸੌਦਾ ਮਿਲਦਾ ਏ ਜੋ ਦੁਕਾਨ ਦੇ ਵਿੱਚ ਅਵੇਲੇਬਲ ਹੁੰਦਾ ਏ। ਜੇ ਮਨੁੱਖ ਦੇ ਹਿਰਦੇ ਦੇ ਵਿੱਚ ਵੀ ਪਿਆਰ ਹੈ ਤੇ ਉਹ ਪਿਆਰ ਹੀ ਵੰਡੇਗਾ, ਤੇ ਜੇ ਮਨੁੱਖ ਦੇ ਹਿਰਦੇ ਦੇ ਵਿੱਚ ਈਰਖਾ ਹੈ ਤਾਂ ਉਹ ਈਰਖਾ ਹੀ ਵੱਢੇਗਾ। ਸੋ ਉੱਥੋਂ ਇਹ ਸਾਨੂੰ ਪਰਿਵਾਰ ਤੋਂ ਸਿੱਖਿਆ ਮਿਲਦੀ ਹੈ ਕਿ ਭਾਵੇਂ ਹਾਲਾਤ ਕਿੰਨੇ ਵੀ ਮਾੜੇ ਨੇ, ਰੋਟੀ 2 ਵਕਤ ਦੀ ਖਾਣੀ ਔਖੀ ਹੋ ਗਈ ਹੈ, ਪਰ ਆਪਸ ਦੇ ਵਿੱਚ ਪਿਆਰ ਇਤਫਾਕ ਬਾ ਕਮਾਲ ਹੈ, ਜਿਹਦੇ ਕਰਕੇ ਸ਼ਾਇਦ ਇਹਨਾਂ ਨੂੰ ਆਪਣਾ ਦੁੱਖ ਵੀ ਦੁੱਖ ਮਹਿਸੂਸ ਨਹੀਂ ਹੁੰਦਾ। ਸੋ ਸਾਨੂੰ ਇਹ ਗੱਲਾਂ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਪਰਿਵਾਰ ਤੋਂ ਗੱਲ ਸਿੱਖਣੀ ਚਾਹੀਦੀ ਹੈ। ਇਹ ਤੋਂ ਵੱਡੀ ਹੈ ਨੋ ਮੇਰੀ, ਉਹਦਾ ਵੀ ਕੰਨਾਂ ਦਾ ਪ੍ਰੋਬਲਮ, ਉਹਦੀ ਵੀ ਬਹੁਤ ਔਖਾ ਹੀ ਹੋਈ। ਉਹਦੇ ਤਾਂ ਮਤਲਬ ਦਵਾਈ ਦੂਈ ਨਹੀਂ ਪੈਂਦੀ, ਕਿ ਬਹੁਤ ਬੀਵੀ ਘਟ ਜਾਂਦਾ ਉਹਦਾ, ਇੰਨਾ ਮੁਸ਼ਕਿਲ ਹੈ। ਤੇ ਹੋਰ ਤੁਹਾਡੀ ਪੋਤਰੀ ਜਾਂ ਕੋਈ ਪੋਤਰੇ ਬਾਕੀ ਤੇ ਠੀਕ ਹੈ? ਪੋਤਰੀ ਆ ਤੇ ਉਹ ਵੱਡੀ ਆ, ਉਹਦੇ ਵੀ ਸੁੱਤੀ ਸੁੱਤੀ ਤੇ ਪਤਾ ਨਹੀਂ ਕੀ 5-6 ਸਾਲਾਂ ਦੀ ਸੀਗੀ, ਤੇ ਉਹਦੇ ਇਦਾਂ ਹੀ ਵੀ ਜਿੱਦਾਂ ਨਾੜਾਂ ਹੀ ਥੱਲੇ ਬਹਿ ਗਈਆਂ, ਆ ਸਿਰ ਦੀਆਂ ਵੀ ਮਤਲਬ। ਤੇ ਫਿਰ ਛੋਟੀ ਕਰਕੇ ਦਿਖਾਇਆ ਨਹੀਂ, ਉਦੋਂ ਤਾਂ ਚੱਲ ਕਰਾ ਵੀ ਲੈਂਦੇ, ਤੇ ਹੁਣ ਬੜਾ ਮੁਸ਼ਕਿਲ ਹੋ ਗਿਆ ਕਰਾਉਣਾ। ਠੀਕ ਹੈ। ਤੇ ਕਿਤੇ ਦਿਖਾਇਆ ਵੀ ਨਹੀਂ ਤੁਸੀਂ ਆਪਣੀ ਪੋਤਰੀ ਨੂੰ? ਸਰਕਾਰੀ ਹਸਪਤਾਲ ਉਹਨਾਂ ਨੇ ਦਵਾਈਆਂ ਹਰੀਆਂ ਗੋਲੀਆਂ ਲਿਖ ਦਿੱਤੀਆਂ, ਤੇ ਉਹ ਗੋਲੀਆਂ ਖਵਾਈਆਂ, ਤੇ ਉਹਦੇ ਨਾਲ ਤਾਂ ਕੋਈ ਫਰਕ ਨਹੀਂ ਪਿਆ, ਤੇ ਮੁੜ ਕੇ ਗਈ ਨਹੀਂ ਕੁੜੀ, ਕਹਿੰਦੀ ਮੈਂ ਨਹੀਂ ਦਵਾਈ ਖਾਣੀ। ਉਹ ਹੁਣ ਥੋੜ੍ਹਾ ਚਿਰ ਹੀ ਹੋਇਆ, ਇਹਦਾ ਆਪਰੇਸ਼ਨ ਕਰਵਾਇਆ ਪਹਿਲਾਂ। ਅਜੇ ਪੂਰੀ ਠੀਕ ਨਹੀਂ ਆ, ਬਾਂਹ ਸੁੱਜੀ ਪਈ ਹੈ ਫਿਰ। ਹਾਂਜੀ, ਹੁਣ ਦਵਾਈ ਵੀ ਨਹੀਂ ਕਿਸੇ ਵੇਲੇ ਆਉਂਦੀ, ਕਿ ਦਵਾਈਆਂ ਅਗਲੇ ਲਿਖ ਕੇ ਦੇ ਦਿੰਦੇ, ਹੁਣ ਪੈਸੇ ਹੋਣਗੇ ਤੇ ਦਵਾਈ ਲਿਆਵਾਂਗੇ। ਮਾਤਾ ਜੀ ਹੁਣੀ ਤੁਹਾਡੇ ਨਾਲ ਆਪਣਾ ਦੁੱਖ ਸਾਂਝਾ ਕਰ ਹੀ ਚੁੱਕੇ ਨੇ ਕਿ ਪੂਰਾ ਪਰਿਵਾਰ ਹੀ ਇਸ ਸਮੇਂ ਜਿਹੜਾ ਇਹ ਕਈ ਬਿਮਾਰੀਆਂ ਦੇ ਨਾਲ ਜੂਝ ਰਿਹਾ ਹੈ। ਸੋ ਸੰਗਤ ਜੀ, ਆਪ ਜੀ ਦੀ ਕਿਰਪਾ ਸਹਿਯੋਗ ਸਦਕਾ ਹਾਲੇ ਸਿਰਫ ਅਸੀਂ ਭੈਣ ਕਮਲੇਸ਼ ਕੌਰ ਦੇ ਇਲਾਜ ਲਈ ਹੀ ਇੱਥੇ ਆਏ ਹਾਂ ਕਿ ਉਹਨਾਂ ਨੂੰ ਹੀ ਉਹਨਾਂ ਦੇ ਕੰਨਾਂ ਦਾ ਇਲਾਜ ਜਿਹੜਾ ਓਪਰੇਟ ਕਰਵਾਉਣ ਵਾਲਾ ਹੈ, ਉਹ ਕਰਾਉਣਾ ਹੈ। ਬਾਕੀ ਅੱਗੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਦੇ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਇਹ ਗੁਹਾਰ ਲਾਈ ਜਾਂਦੀ ਹੈ ਕਿ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਹੀ ਨਾਜ਼ੁਕ ਨੇ। ਸੋ ਗੁਰੂ ਪਿਆਰ ਵਾਲਿਓ, ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਪਰਿਵਾਰ ਦਾ ਸਾਥ ਦਿੱਤਾ ਜਾਵੇ, ਤਾਂ ਜੋ ਇੰਨਾ ਸੋਹਣਾ ਪਰਿਵਾਰ ਹੈ ਜਿਹੜਾ ਇੰਨੇ ਵਿਖੜੇ ਹਾਲਾਤਾਂ ਦੇ ਵਿੱਚ, ਜਿੱਥੇ ਅੱਜ ਭਰਾ ਭਰਾ ਦਾ ਵੈਰੀ ਬਣਿਆ ਪਿਆ ਏ, ਉਹੋ ਜਿਹੇ ਯੁੱਗ ਦੇ ਵਿੱਚ ਇੱਕ ਸਾਂਝੇ ਪਰਿਵਾਰ ਤੇ ਇੱਕੋ ਵਿਹੜੇ ਦੇ ਵਿੱਚ ਰਹਿ ਰਹੇ ਹੋਣ, ਤੇ ਇਹ ਕਾਬਿਲ ਤਾਰੀਫ ਹੈ। ਸੋ ਗੁਰੂ ਪਿਆਰ ਵਾਲਿਓ, ਇਹ ਪਰਿਵਾਰ ਹੋਰ ਵੀ ਵੱਧ ਫੁੱਲ ਤੇ ਖੁਸ਼ ਹੋ ਸਕਦਾ ਹੈ ਆਪ ਜੀ ਦੇ ਇੱਕ ਛੋਟੇ ਜਿਹੇ ਉਪਰਾਲਾ ਸਦਕਾ, ਜੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਅੱਗੇ ਆਣਗੇ। ਜਿਵੇਂ ਪਾਵਨ ਬਾਣੀ ਦਾ ਕੀ ਵਾਕ ਪੜ੍ਹਦੇ ਹਾਂ ਜੀ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਦੇ ਮਾਹ ਵਾਕਾਂ ਅਨੁਸਾਰ ਸੰਗਤ ਜੀ ਆਪ ਜੀ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਜੀ ਨਿਵਾਸ ਕਰ ਰਹੇ ਨੇ, ਤੇ ਆਪ ਜੀ ਦੇ ਚਰਨਾਂ ਦੇ ਵਿੱਚ ਹੀ ਸਮੂਹ ਪਰਿਵਾਰ ਵੱਲੋਂ ਇਹ ਬੇਨਤੀ ਹੈ ਕਿ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ, ਤੇ ਉਹ ਤੰਦਰੁਸਤ ਹੋ ਕੇ ਤੇ ਆਪਣੇ ਪਰਿਵਾਰ ਦੇ ਵਿੱਚ ਆਣ ਕੇ ਫਿਰ ਰਹਿ ਸਕਣ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਬਾਅਦ ਅਸੀਂ
ਇਹ ਭੈਣ ਕਮਲੇਸ਼ ਕੌਰ ਜੀ ਹੁਣਾਂ ਨੂੰ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਤਰਨਤਾਰਨ ਸਾਹਿਬ ਵਿੱਚ ਲੈ ਕੇ ਜਾਵਾਂਗੇ। ਅਗਲੀ ਜੋ ਅਪਡੇਟ ਹੈ ਉਹ ਸਾਧ ਸੰਗਤ ਜੀ ਆਪ ਜੀ ਦੇ ਨਾਲ ਹਸਪੀਟਲ ਜਾ ਕੇ ਸਾਂਝੀ ਕੀਤੀ ਜਾਊਗੀ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਇਹ ਉਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਾ ਕੇ ਜਿੱਥੇ ਗਰੀਬ ਗੁਰਬਾ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਸੱਖਣਾ ਹੁੰਦਾ ਹੈ, ਸੰਗਤ ਜੀ ਆਪ ਜੀ ਦੇ ਸਹਿਯੋਗ ਦੇ ਨਾਲ ਉਸ ਗਰੀਬ ਗੁਰਬੇ ਲੋੜਵੰਦ ਦੀ ਮੈਡੀਕਲ ਸਹਾਇਤਾ ਕੀਤੀ ਜਾਂਦੀ ਹੈ। ਸੋ ਪਿਛਲੇ ਦਿਨੀ ਅਸੀਂ ਪਿੰਡ ਨੂਰਦੀ ਵਿਖੇ ਭੈਣ ਕਮਲੇਸ਼ ਕੌਰ ਹੁਣਾਂ ਦੇ ਘਰ ਗਏ ਸਾਂ, ਜਿਨ੍ਹਾਂ ਨੂੰ ਕਿ ਪਿਛਲੇ 1 ਸਾਲ ਤੋਂ ਕੰਨ ਦੀ ਸਮੱਸਿਆ ਸੀ ਤੇ ਅੱਜ ਅਸੀਂ ਉਹਨਾਂ ਦੇ ਨਾਲ ਇੱਥੇ ਸ੍ਰੀ ਗੁਰੂ ਨਾਨਕ ਦੇਵ ਹਸਪੀਟਲ ਤਰਨਤਾਰਨ ਸਾਹਿਬ ਵਿਖੇ ਪਹੁੰਚੇ ਸਾਂ ਤੇ ਡਾਕਟਰ ਸਾਹਿਬ ਹੁਣਾਂ ਨਾਲ ਮਿਲੇ ਤੇ ਉਹਨਾਂ ਨੇ ਜਿਹੜੀ ਤਾਜ਼ਾ ਜਾਣਕਾਰੀ ਦਿੱਤੀ ਸੀ ਕਿ ਸਭ ਤੋਂ ਪਹਿਲਾਂ ਇਹਨਾਂ ਨੂੰ ਕੰਨ ਦਾ ਸਿਟੀ ਸਕੈਨ ਕਰਵਾਉਣਾ ਪਵੇਗਾ। ਅਗਲੀ ਜੋ ਵੀ ਰਿਪੋਰਟ ਆਵੇਗੀ ਸਕੈਨ ਦੇ ਵਿੱਚ ਉਹਦੇ ਮੁਤਾਬਕ ਫਿਰ ਇਲਾਜ ਸ਼ੁਰੂ ਕੀਤਾ ਜਾਵੇਗਾ। ਤੇ ਇਸ ਵਕਤ ਅਸੀਂ ਸਿਟੀ ਸਕੈਨ ਦੇ ਬਾਹਰ ਖਲੋਤੇ ਹਾਂ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਤਰਨਤਾਰਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਭੈਣ ਜੀ ਉਹਨਾਂ ਨੂੰ ਅੱਜ ਹਸਪੀਟਲ ਲਿਆਂਦਾ ਗਿਆ ਸੀ ਤੇ ਸਿਟੀ ਸਕੈਨ ਉਹਨਾਂ ਦਾ ਹੋ ਰਿਹਾ ਹੈ। ਨਾਲ ਹੀ ਭੈਣ ਜੀ ਉਹਨਾਂ ਨੂੰ ਦਾਖਲ ਕਰਵਾਇਆ ਜਾਵੇਗਾ ਤੇ ਇਹ ਸਭ ਕਾਰਜ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਨੇ। ਤੇ ਆਪ ਸਭ ਸੰਗਤਾਂ ਦੇ ਅੱਗੇ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਪਰਿਵਾਰ ਦੇ ਜੋ ਮੈਂਬਰ ਨੇ ਭੈਣ ਕਮਲੇਸ਼ ਕੌਰ ਜੀ ਉਹ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਸਕਣ। ਤੇ ਉਹਦੇ ਚ ਬਲੂ ਵੀ ਆਉਂਦੀ ਹੈ, ਸਿਰ ਪੀੜ ਵੀ ਹੁੰਦਾ ਹੈ। उधर वाला काम दिखाओ। ठीक, उससे पहले ठीक था? अचानक से आना शुरू हुआ था? क्या हुआ था, क्यों आना शुरू हुआ? तो इसका मतलब ये है कि कान में जो है ਤੇ ਸਿਟੀ ਸਕੈਨ ਦੀਆਂ ਰਿਪੋਰਟਾਂ ਆ ਗਈਆਂ ਤੇ ਇਸ ਵਕਤ ਡਾਕਟਰ ਸਾਹਿਬ ਵੀ ਸਾਡੇ ਕੋਲ ਹੀ ਬੈਠੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਰਿਪੋਰਟਾਂ ਵਿੱਚ ਕੀ ਆਇਆ ਹੈ ਤੇ ਅੱਗੇ ਕਿਵੇਂ ਇਲਾਜ ਆਪਰੇਟ ਕਰਵਾਉਣ ਦੀ ਇਹਨਾਂ ਨੂੰ ਲੋੜ ਹੈ ਕਿ ਜਾਂ ਦਵਾਈ ਦੇ ਨਾਲ ਹੀ ਠੀਕ ਹੋ ਜਾਵੇਗਾ। ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅੱਜ ਅਸੀਂ ਆਪ ਜੀ ਦੇ ਕੋਲ ਭੈਣ ਕਮਲੇਸ਼ ਕੌਰ ਉਹਨਾਂ ਨੂੰ ਲੈ ਕੇ ਆਏ ਹਾਂ ਤੇ ਕਿੰਨੀ ਕੁ ਪ੍ਰੋਬਲਮ ਹੈ ਕੰਨਾਂ ਦੀ ਇਹਨਾਂ ਨੂੰ? इन्होंने जो है शिकायत रही है सज्जे कान तो रेशा आता रहा इनके 1.5 साल से तो मुड़ के कान च पीड़ भी होती रही है तो सुनाई भी घट है। तो असी जो अपने OPD च मशीन से चेक किया तो वो कान में हड्डी के पीछे जो रेशा था वो भरया हुआ था जिसको असी कहते हैं पोस्टीरियर कैनाल वॉल बल्ज सीगा। तो वो सानू डाउट होया कि मतलब हड्डी चो रेशा है। उस करके असी इनकी स्कैन कराई जिहदे च आया है कि इनकी हड्डी च रेशा लगा हुआ है, हड्डी ख़राब हो रही है। तो मुड़ के मैं इन्होंने दसिया है कि उसके लिए ऑपरेशन करना पड़ेगा, बेहोशी दे के ऑपरेशन करेंगे तो जे हड्डी जिहड़ी हड्डी च रेशा है वो सारी हड्डी मशीन नाल कट के साफ़ करी जाएगी। ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਆਪ ਜੀ ਦੇ ਕੋਲ ਪਹਿਲਾਂ ਵੀ ਮਰੀਜ਼ ਲੈ ਕੇ ਆਏ ਤੇ ਆਪ ਜੀ ਨੇ ਬੜਾ ਵਧੀਆ ਉਹਨਾਂ ਨੂੰ ਟਰੀਟ ਕੀਤਾ, ਉਹ ਠੀਕ ਹੋ ਕੇ ਤੰਦਰੁਸਤ ਹੋ ਕੇ ਅੱਜ ਆਪਣੇ ਪਰਿਵਾਰ 'ਚ ਬੈਠੇ। ਸੰਗਤਾਂ ਦੀ ਜਾਣਕਾਰੀ ਲਈ मैं आप जी ने पूछना डॉक्टर साहब कि कोई खतरे वाली गल नहीं है? मरीज में एज सच अभी तो कोई खतरे वाली गल नहीं होती है, लेकिन हाँ ये जिहड़ा ऑपरेशन होता है ये रिस्क होता है। जो साढ़े चेहरे की नाड़ होती है वो कान के रस्ते इसी हड्डी के विच होके आती है। कई बारी वो नाड़ जो है उत्ते खुली पड़ी हुई होती है तो उसके चारों पासे रेशा होता है। तो जो असी उसको साफ़ करते हैं कई बारी नाड़ ख़राब हो जाती है तो फिर चेहरा विंगा हो जाता है। यह मरीज में ऐसा स्कैन में नहीं लग रहा, लेकिन स्कैन कोई भी चीज़ है वो आइडिया देता है, लेकिन जो चीज़ असल में होती है वो जो ऑपरेशन करते हैं तो पता चलती है।
100 में से 1 या 2 मरीज ऐसे होंगे हैं जेड़े च जो है नाड़ा जो है ख़राब होती हैं, बाकियां च सारी चीज़ें ठीक रहती हैं। ਸੋ ਡਾਕਟਰ ਸਾਹਿਬ ਇਹ ਸੰਗਤ ਦੀ ਜਾਣਕਾਰੀ ਲਈ, ਕਿਉਂਕਿ ਪਰਿਵਾਰ ਪਿਛਲੇ 1 ਸਾਲ ਤੋਂ ਕਿਉਂਕਿ ਦਵਾਈ ਖਵਾਈ ਜਾ ਰਿਹਾ ਹੈ, ਤੇ ਜਦੋਂ ਡਾਕਟਰ ਸਾਹਿਬ ਉਹਨਾਂ ਨੇ ਕਿਤੇ ਉਹਨਾਂ ਨੇ ਦਿਖਾਇਆ ਤੇ ਉਹਨਾਂ ਨੇ ਕਿਹਾ ਆਪਰੇਟ ਦੀ ਲੋੜ ਹੈ, ਤੇ ਪਰ ਘਰ ਦੇ ਹਾਲਾਤ ਥੋੜ੍ਹੇ ਮਾਤੜੇ ਆ, ਕਿਉਂਕਿ ਵੀਰ ਜੀ ਹੁਣੀ ਆਪ ਦਿਹਾੜੀ ਧੱਪਾ ਕਰਦੇ, ਪਰਿਵਾਰ ਨੂੰ ਪੋਲਣ ਵਾਲੇ ਆਪ ਹੀ ਨੇ, ਤੇ ਫਿਰ ਕਿੰਨਾ ਕੁ ਖਰਚਾ ਲੱਗ ਸਕਦਾ ਹੈ ਆਪਰੇਟ ਦੇ? ਸੰਗਤਾਂ ਦੀ ਜਾਣਕਾਰੀ ਲਈ ਆਪ ਜੀ ਨੂੰ ਪੁੱਛਦੇ। इसमें जो है साढ़े बाबा जी का अस्पताल है, बड़ी उनकी मेहर है इधर, बड़े ही घट रेटां 'ਚ जो है साडा सारा काम इत्थे असी करते हैं। तो इत्थे जो है ऑपरेशन का सारा खर्चा मिला करके करीब 25,000 के नेड़े आंदा है। तो बाकी प्राइवेट अस्पतालों 'ਚ यही ऑपरेशन 45 तो 50,000 60,000 रुपये लेंदे हैं। तो मुड़ के मैं ये भी कहूँगा कि संगत एड वालों का ये बहुत ही सोहना इनिशिएटिव है कि जेड़े मरीज़ जो हैं जो अफोर्ड नहीं कर सकते, खर्चा नहीं उठा सकते, उन लोगों के लिए वो हेल्प करते हैं, उन लोगों का ऑपरेशन करवाते हैं ताकि वो भी जो है स्वस्थ हो सकें। ये बहुत ही सोहना इनिशिएटिव उन लोगों का है, संगत एड वालों का। ਤੇ ਡਾਕਟਰ ਸਾਹਿਬ ਕਿੰਨੇ ਕੁ ਦਿਨ ਮਰੀਜ਼ ਇੱਥੇ ਰਹੇਗਾ, ਕਿ ਜਾਂ ਲੰਮਾ ਸਮਾਂ ਇੱਥੇ ਕਿ ਨਾਲ ਬੈੱਡ ਰੈਸਟ 'ਤੇ ਰਹਿਣਾ ਪਵੇਗਾ? बेड रेस्ट कान की सर्जरी में हम कभी नहीं कहते। नॉर्मली 2 दिन साढ़े कोल मरीज इतने दाखिल रहेगा, उसके बाद छुट्टी करके भेज देंगे। 8वें दिन जो है टाँके निकाल देने हैं, पट्टी पुट्टी जो है देख लेना, साफ़ कर देना है। बाकी तो मुड़ के कुछ सावधानियाँ होती हैं वो इन्होंने बरतनी पड़ेंगी अगले 1-1.5 महीने। काम में काम करने के लिए कोई जो है थोड़ी बहुत बंदिशें हैं वो बता देंगे कि मेनली यही होता है, हम यही बताते हैं कि कोई काम ऐसा नहीं करना जिससे शरीर के विच प्रेशर दबाव बढ़े। उहदे च खतरा ये होता है कि पर्दा बाहर को निकल सकता है। बाकी ऐसा कोई भी साड़ी तरफ से कोई रिस्ट्रिक्शन नहीं होती है। कुछ और चीज़ें जो ध्यान रखने वाली होती हैं वो ये होती है कि कान विच पानी ना जाए, तेल तूल नहीं पाना, तीले बड़ नहीं मारने, साफ़ सूफ नहीं करना। वो सारे वास्ते है, कला जिनका ऑपरेशन हुआ उनके लिए सारे वास्ते ये लागू होता है, तो वो इन पे भी होगा। बाकी ऐसा और कुछ भी कोई ख़ास कोई मनाही नहीं होती, नॉर्मल अपना रूटीन जो काम करते हैं करें, बाकी सारा कुछ वैसे ही है। ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਪਰਮੇਸ਼ਰ ਆਪ ਜੀ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਵਰਤ ਰਿਹਾ ਹੈ। ਜਿਵੇਂ ਮਹਾਰਾਜ ਦੀ ਅਸੀਂ ਬਾਣੀ ਦਾ ਵਾਕ ਪੜ੍ਹਦੇ ਹਾਂ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਦੇ ਮਾਂ ਵਾਕਾਂ ਅਨੁਸਾਰ ਸੰਗਤ ਜੀ ਆਪ ਜੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਵਸ ਰਹੇ ਨੇ। ਜਿੱਥੇ ਆਪ ਸਭ ਸੰਗਤਾਂ ਆਪਣੇ ਦਸਵੰਧ ਦੇ ਵਿੱਚੋਂ ਮਾਇਆ ਦੇ ਰਹੇ ਜੇ, ਉੱਥੇ ਸੰਗਤ ਜੀ ਆਪ ਸਭ ਸੰਗਤਾਂ ਦੀ ਅਰਦਾਸਾਂ ਦੀ ਵੀ ਲੋੜ ਹੈ ਭੈਣ ਕਮਲੇਸ਼ ਕੌਰ ਨੂੰ, ਤਾਂ ਜੋ ਠੀਕ ਹੋ ਕੇ ਤੰਦਰੁਸਤ ਹੋ ਕੇ ਆਪਣੇ ਬੱਚਿਆਂ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਜਾ ਸਕੇ। ਪਿਆਰੀ ਸਾਧ ਸੰਗਤ ਜੀ, ਜਿਵੇਂ ਮੈਂ ਆਪ ਸਭ ਸੰਗਤਾਂ ਨਾਲ ਹੁਣੇ ਗੱਲ ਸਾਂਝੀ ਕੀਤੀ ਕਿ ਸੰਗਤੀ ਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਵਿੱਚ ਰਿਹਾ, ਵਰਤ ਰਿਹਾ ਹੈ। ਅਤੇ ਦੂਸਰਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਉੱਥੇ ਹੀ ਇੱਥੇ ਅਸੀਂ ਭੈਣ ਕਮਲੇਸ਼ ਕੌਰ ਉਹਨਾਂ ਨੂੰ ਜਿੱਥੇ ਡਾਕਟਰ ਸਾਹਿਬ ਉਹਨਾਂ ਤੋਂ ਦਿਖਾਉਣ ਆਏ ਸੀ, ਅਤੇ ਉੱਥੇ ਇੱਕ ਮਾਤਾ ਜੀ ਹੁਣੀ ਵੀ ਆਏ ਨੇ ਜਿਹੜੇ ਕਿ ਕੰਨ ਦੀ ਦਵਾਈ ਲੈਣ, ਆਪ ਮਰੀਜ਼ ਨੇ, ਪਰ ਜਦੋਂ ਉਹਨਾਂ ਨੇ ਇਹ ਸਾਰੀ ਘਟਨਾ ਜੋ ਇਹ ਵਾਰਤਾਲਾਪ ਸੁਣ ਰਹੇ ਨੇ, ਅਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿੰਨੇ ਵੀ ਹੋ ਸਕੇ ਨੇ 100 ਲੱਖ ਦਮੜਾ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਵਿੱਚ ਹੋਰ ਸਹਿਯੋਗ ਪਾ ਕੇ ਅਤੇ ਇਹ ਭੇਟ ਕੀਤਾ ਹੈ ਕਿ ਭੈਣ ਕਮਲੇਸ਼ ਕੌਰ ਜਲਦੀ ਤੋਂ ਜਲਦੀ ਠੀਕ ਹੋ ਕੇ ਅਤੇ ਆਪਣੇ ਪਰਿਵਾਰ ਦੇ ਵਿੱਚ ਜਾ ਸਕੇ। ਅਤੇ ਧੰਨਵਾਦ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਦਾ, ਜਿਹਨੇ ਇੰਨੀ ਸੋਹਣੀ ਸੋਚ ਦਿੱਤੀ ਹੈ ਸਾਡੇ ਸਾਰੇ ਇਨਸਾਨਾਂ ਨੂੰ। ਕਿਉਂਕਿ ਮਹਾਰਾਜ ਦੀ ਅਸੀਂ ਬਾਣੀ ਦਾ ਵਾਕ ਪੜ੍ਹਦੇ ਹਾਂ ਜੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਡਾਕਟਰ ਸਾਹਿਬ, ਜਿਵੇਂ ਭੈਣ ਕਮਲੇਸ਼ ਕੌਰ ਉਹਨਾਂ ਦੇ ਤੁਸੀਂ ਟੈਸਟ ਕਰ ਚੁੱਕੇ ਜੋ, ਸੰਗਤ ਦੀ ਜਾਣਕਾਰੀ ਲਈ ਆਪ ਜੀ ਨੂੰ ਪੁੱਛਦੇ ਕਿ ਇਹ ਟੈਸਟ ਕਿੰਨੇ ਕੁ ਜ਼ਰੂਰੀ ਹੁੰਦੇ ਨੇ? ਇਹ ਟੈਸਟ ਬਹੁਤ ਜ਼ਿਆਦਾ ਜ਼ਰੂਰੀ ਨੇ। ਜਿੱਦਾਂ ਹੁਣੇ ਕਮਲੇਸ਼ ਜੀ ਆਏ ਸੀਗੇ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਉਹਨਾਂ ਦਾ ਕੰਨ ਦਾ ਪਰਦਾ ਫਟਿਆ ਹੋਇਆ। ਟੈਸਟ ਕਰਨ ਤੋਂ ਪਤਾ ਲੱਗ ਗਿਆ ਕਿ ਕੰਨ ਦਾ ਪਰਦਾ ਫਟਿਆ ਹੋਇਆ ਜਾਂ ਹੱਡੀ
ਵੀ ਗਲੀ ਹੋਈ ਹੈ, ਪਰ ਹੱਡੀ ਗਲੀ ਨਹੀਂ ਨਿਕਲੀ, ਹੱਡੀ ਸਹੀ ਸੀਗੀ, ਪਰ ਕੰਨ ਦਾ ਪਰਦਾ ਫਟਿਆ ਹੋਇਆ। ਤੇ ਦੂਜੀ ਚੀਜ਼ ਇਸ ਟੈਸਟ ਤੋਂ ਇਹ ਪਤਾ ਲੱਗਦਾ ਹੈ ਕਿ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਕੰਨ ਦਾ। ਜਿੱਦਾਂ ਦਾ ਇਹਨਾਂ ਦਾ ਨੁਕਸਾਨ ਹੋ, ਜਿੱਦਾਂ ਅਸੀਂ ਤੁਹਾਡੀ ਮੇਰੀ ਸੁਣਾਈ ਬਿਲਕੁਲ ਨੋਰਮਲ ਹੈਗੀ ਹੈ, ਠੀਕ ਹੈ, ਉਹਨਾਂ ਦੀ ਸੁਣਾਈ 30% 35% ਘੱਟ ਨਿਕਲੀ ਹੈ ਨੋਰਮਲ ਸੁਣਾਈ ਨਾਲੋਂ। ਅਤੇ ਹੁਣ ਆਪਰੇਸ਼ਨ ਤੋਂ ਬਾਅਦ ਆਪਾਂ ਦੁਬਾਰਾ 1 ਮਹੀਨੇ ਬਾਅਦ ਟੈਸਟ ਕਰਾਂਗੇ ਤਾਂ ਪਤਾ ਲੱਗ ਜਾਏਗਾ ਕਿ ਆਪਰੇਸ਼ਨ ਤੋਂ ਕਿੰਨਾ ਫਾਇਦਾ ਹੋਇਆ ਹੈ। ਅਤੇ ਮਤਲਬ ਪਹਿਲਾਂ 35% ਡਾਊਨ ਸੀਗਾ, ਅਤੇ ਆਪਰੇਸ਼ਨ ਤੋਂ ਬਾਅਦ 10 15 20 ਕੀ ਪਤਾ ਨੋਰਮਲ ਹੋ ਜਾਵੇ, ਕਿਉਂਕਿ ਆਪਰੇਸ਼ਨ ਜ਼ਿਆਦਾ ਉਮਰ ਵਧੀਆ ਹੈ ਅਤੇ ਆਪਰੇਸ਼ਨ ਵਧੀਆ ਹੀ ਹੋਏਗਾ, ਅਤੇ ਬਿਲਕੁਲ ਨੋਰਮਲ ਸੁਣਾਈ ਹੋ ਜਾਏਗੀ। ਅਤੇ ਇੱਥੋਂ ਪਤਾ ਲੱਗੇਗਾ ਕਿ ਹਾਂ ਫਾਇਦਾ ਵੀ ਹੋਇਆ ਹੈ ਅਤੇ ਮੈਡਮ ਨੂੰ ਸਹੀ ਸੁਣਦਾ ਵੀ ਹੈ। ਡਾਕਟਰ ਸਾਹਿਬ, ਜਿਵੇਂ ਆਪ ਸਾਹਿਬ ਜੀ ਨੇ ਜਾਣਕਾਰੀ ਦਿੱਤੀ ਕਿ ਜਿਹੜਾ ਕੰਨ ਦਾ ਪਰਦਾ ਇਹ ਫਟਿਆ ਹੋਇਆ ਹੈ ਪਰ ਹੱਡੀ ਠੀਕ ਹੈ, ਪਰ ਆਮ ਤੌਰ 'ਤੇ ਸਾਡੇ ਵਿੱਚ ਲੋਕਾਂ 'ਚ ਇਹ ਭਰਮ ਪਾਇਆ ਜਾਂਦਾ, ਜਿਹੜੇ ਨੋਰਮਲ ਹੁੰਦੇ ਨੇ, ਵੀ ਜਦੋਂ ਕੰਨ ਦਾ ਪਰਦਾ ਫਟ ਜਾਂਦਾ ਤੇ ਬਿਲਕੁਲ ਸੁਣਾਈ ਕਰਨਾ ਬੰਦ ਹੁੰਦਾ, ਕਿ ਇਵੇਂ ਦਾ ਵੀ ਕੁਛ ਹੁੰਦਾ ਹੈ? ਸਾਡੀ ਨਾ ਪੂਰਾ ਜਿਹੜਾ ਕੰਨ ਹੈਗਾ ਨਾ ਉਹ 3 ਭਾਗਾਂ 'ਚ ਵਟਿਆ ਹੋਇਆ, ਠੀਕ ਹੈ। ਪਹਿਲਾਂ ਬਾਹਰਲਾ ਹਿੱਸਾ, ਫਿਰ ਵਿਚਕਾਰਲਾ ਹਿੱਸਾ, ਫਿਰ ਮਗਰਲਾ ਹਿੱਸਾ, ਠੀਕ ਹੈ। ਜਿਹੜਾ ਉਰਲਾ ਹਿੱਸਾ ਹੈਗਾ ਨਾ ਉਹਦੇ 'ਚ ਤੁਹਾਡਾ ਕੰਨ ਦਾ ਪਰਦਾ ਆਉਂਦਾ, ਠੀਕ ਹੈ। ਜੇ ਬਾਈ ਚਾਂਸ ਪਰਦਾ ਪਾੜ ਜਾਵੇ, ਤੁਹਾਡਾ ਸਿਰਫ 20% ਜਾਂ 30% ਸੁਣਾਈ ਘਟਦੀ ਹੈ। ਉਸ ਤੋਂ ਬਾਅਦ ਅੱਗੇ ਵਿੱਚ ਆਉਂਦੀ ਹੱਡੀਆਂ ਗਲ ਜਾਣ ਫਿਰ ਹੋਰ ਨੁਕਸਾਨ ਹੁੰਦਾ। ਉਸ ਤੋਂ ਅੱਗੇ ਕੰਨ ਦੀ ਨਸ ਹੁੰਦੀ ਹੈ, ਨਸ ਕਮਜ਼ੋਰ ਹੋ ਜਾਏ ਫਿਰ ਪਰਮਾਨੈਂਟ ਲਾਸ ਹੋ ਜਾਂਦਾ ਕਿ ਪੱਕਾ ਲਾਸ ਹੋ ਗਿਆ। ਜੇ ਇਨ ਕੇਸ ਪਰਦਾ ਪਾੜ ਜਾਵੇ ਤਾਂ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ, ਸਿਰਫ 20% 30% ਸੁਣਾਈ ਘਟਦੀ ਹੈ, ਠੀਕ ਹੈ। ਆਪਰੇਸ਼ਨ ਕਰਾ ਲਓ ਟਾਈਮ ਸਿਰ ਦਵਾਈਆਂ ਖਾ ਲਓ, ਜੋ ਵੀ ਕਰਨੀ ਹੈ, ਮੈਡੀਕਲ ਟਰੀਟਮੈਂਟ ਕਰਾ ਲਓ ਪੂਰਾ ਪ੍ਰੋਪਰ, ਬਿਲਕੁਲ ਠੀਕ ਹੋ ਜਾਂਦਾ। ਪਰ ਇੱਕ ਵਾਰੀ ਜੇ ਅੰਦਰ ਉਰਲੇ ਕੰਨ 'ਚ ਨਸ ਖਰਾਬ ਹੋ ਜਾਏ, ਉਹਦਾ ਕੋਈ ਇਲਾਜ ਨਹੀਂ ਹੈ। ਉਹਦਾ ਇਲਾਜ ਹੈਗਾ ਬਹੁਤ ਐਕਸਪੈਂਸਿਵ ਸਰਜਰੀਆਂ ਹੁੰਦੀਆਂ ਨੇ 8-9 ਲੱਖ ਰੁਪਏ ਦੀਆਂ, ਉਹਦੇ ਨਾਲ ਇਲਾਜ ਹੈਗਾ, ਪਰ ਉਹ ਪਰਮਾਨੈਂਟ ਹੁੰਦਾ। ਪਰ ਪਰਦੇ ਦੀ ਕੋਈ ਦਿੱਕਤ ਨਹੀਂ ਹੈਗੀ, 20-30% ਖਰਾਬ ਹੋਣ ਦਾ ਚਾਂਸ ਹੁੰਦਾ, ਪਰ ਜਦੋਂ ਵੀ ਹੋਵੇ ਨਾਲ ਹੀ ਆਪਰੇਸ਼ਨ ਕਰਾ ਲਓ ਅਤੇ ਮੈਡੀਸਿਨ ਲੈ ਲਓ। ਡਾਕਟਰ ਸਾਹਿਬ, ਜਿਵੇਂ ਆਪ ਜੀ ਦੱਸ ਰਹੇ ਜੇ ਵੀ ਜਿਹੜੇ ਜਦੋਂ ਨਸ ਖਰਾਬ ਹੋ ਜਾਂਦੀ ਪਰਦੇ ਤੋਂ ਅਗਲੀ ਪਾਸੇ, ਤੇ ਉਹ ਬੜੇ ਐਕਸਪੈਂਸਿਵ ਹੁੰਦੇ, ਮਹਿੰਗੇ ਹੁੰਦੇ ਨੇ। ਅਤੇ ਕਿਉਂਕਿ ਸਾਡੇ ਘਰਾਂ ਦੇ ਵਿੱਚ ਅੱਜ ਜਿੰਨੀ ਮਹਿੰਗਾਈ ਵੀ ਸਰਕਾਰਾਂ ਨੇ ਵਧਾਈ ਜਾ ਰਹੀਆਂ, ਸਾਰਾ ਹੀ ਕੁਛ, ਅਤੇ ਇੰਨੇ ਮਹਿੰਗਾਈ ਦੇ ਵਿੱਚ ਮਸਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ 2 ਵਕਤ ਦੀ ਬੰਦਾ ਰੋਟੀ ਖਾ ਸਕਦਾ, ਉੱਥੇ ਮਤਲਬ ਇਹੋ ਜਿਹੇ ਇੰਨੇ ਵੱਡੇ ਇਲਾਜ ਕਰਵਾਉਣੇ ਬੜੇ ਔਖੇ ਹੋ ਜਾਂਦੇ ਨੇ। ਅਤੇ ਜਿਵੇਂ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਭੈਣ ਕਮਲੇਸ਼ ਕੌਰ ਜੀ ਦਾ ਇਲਾਜ ਹੋ ਰਿਹਾ ਹੈ, ਕਿ ਆਪ ਜੀ ਦੀ ਨਿਗਾਹ ਦੇ ਵਿੱਚ ਤਾਂ ਬੜੇ ਇਵੇਂ ਦੇ ਕੇਸ ਆਏ ਹੋਏ ਹੋਣਗੇ ਵੀ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੋ, ਪਰ ਪੈਸੇ ਦੀ ਪ੍ਰੋਬਲਮ ਕਰਕੇ ਤੇ ਵਿਚਾਰੇ ਇਲਾਜ ਤੋਂ ਰਹਿ ਜਾਂਦੇ, ਕਿ ਇਵੇਂ ਦੇ ਆਪ ਜੀ ਦੀ ਜ਼ਿੰਦਗੀ ਦੇ ਵਿੱਚ ਵੀ ਕਈ ਕੇਸ ਆਏ ਨੇ? ਬਹੁਤ ਕੇਸਿਸ ਆਉਂਦੇ ਨੇ ਇੱਦਾਂ, ਜਿਹੜਿਆਂ ਕੋਲ ਪੈਸੇ ਨਹੀਂ ਹੁੰਦੇ। ਆਪਾਂ ਦੱਸਦੇ ਹਾਂ ਕਿ ਤੁਹਾਨੂੰ ਆਪਰੇਸ਼ਨ ਕਰਾਉਣਾ ਪੈਣਾ, ਪਰ ਉਹ ਵਾਪਸ ਨਹੀਂ ਆ ਪਾਉਂਦੇ ਕਿਉਂਕਿ ਪੈਸੇ ਹੀ ਨਹੀਂ ਹੁੰਦੇ। ਕਈ ਵਾਰੀ ਉਹਨਾਂ ਕੋਲ ਟੈਸਟ ਕਰਾਉਣ ਦੇ ਪੈਸੇ ਤੱਕ ਨਹੀਂ ਹੁੰਦੇ। ਕਈ ਵਾਰੀ ਇਹ ਹੌਸਪੀਟਲ ਕਰਦਾ ਹੈ ਕਿ ਇਹ ਟੈਸਟ ਦੇ ਪੈਸੇ ਨਹੀਂ ਵੀ ਲੈਂਦਾ, ਬਟ ਫਿਰ ਵੀ ਵਾਪਸ ਨਹੀਂ ਆ ਪਾਉਂਦੇ ਹੈ। ਪਰ ਤੁਹਾਡੀ ਰਾਹੀਂ ਸੰਗਤ ਏਡ ਕਰਕੇ ਬਹੁਤ ਮਰੀਜ਼ ਸਾਡੇ ਇਸ ਹੌਸਪੀਟਲ 'ਚ ਆਏ ਨੇ, ਅਤੇ ਪਲੀਜ਼ ਮੈਂ ਤਾਂ ਕਹਿੰਦਾ ਹੋਰ ਸਪੋਰਟ ਕਰਨ ਤੁਹਾਨੂੰ, ਜਿੱਥੋਂ ਵੀ ਜਿਹੜੇ ਨਹੀਂ ਕਰ ਸਕਦੇ ਪੇ, ਅਤੇ ਪਲੀਜ਼ ਉਹਨਾਂ ਦੀ ਹੈਲਪ ਇੱਦਾਂ ਹੀ ਕਰਦੇ ਰਹੋ। ਅਤੇ ਸੰਗਤ ਏਡ ਜੋ ਕੰਮ ਕਰ ਰਹੀ ਹੈ ਉਹ ਬਹੁਤ ਹੀ ਜ਼ਿਆਦਾ ਮਤਲਬ ਵਧੀਆ ਹੈ, ਬਹੁਤ ਵਧੀਆ ਹੈ, ਅਤੇ ਸਾਰੇ ਮਰੀਜ਼ਾਂ ਨੂੰ ਇਹੋ ਜਿਹੀ ਸੇਵਾ ਮਿਲਣੀ ਚਾਹੀਦੀ ਹੈ। ਅਤੇ ਪਲੀਜ਼ ਹੋਰ ਹੈਲਪ ਕਰੋ ਸੰਗਤ ਏਡ ਦੀ, ਅਤੇ ਮਰੀਜ਼ਾਂ ਦੀ ਵੀ ਹੈਲਪ ਹੋਏਗੀ ਇਸੇ ਕਰਕੇ। ਅਤੇ ਮਾਂ ਵਾਕਾਂ ਅਨੁਸਾਰ ਸਾਰਿਆਂ ਦੇ ਵਿੱਚ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਰਤ ਰਹੀ ਹੈ, ਅਤੇ ਜੇ ਅਸੀਂ ਇਸ ਜੋਤ ਨੂੰ ਮਹਿਸੂਸ ਕਰਾਂਗੇ ਤਾਂ ਅਸੀਂ ਜ਼ਰੂਰ ਹਰੇਕ ਗਰੀਬ ਗੁਰਬੇ ਲੋੜਵੰਦ ਪਰਿਵਾਰ ਦੀ ਮਦਦ ਕਰਾਂਗੇ। ਅਤੇ ਅੱਗੇ ਵੀ ਆਪ ਸਭ ਸੰਗਤਾਂ ਤੋਂ ਇਹੀ ਆਸ ਰੱਖਦੇ ਹਾਂ ਕਿ ਜਿਵੇਂ ਆਪ ਪਿਛਲੀਆਂ ਸੰਗਤਾਂ ਦਾ, ਲੋੜਵੰਦਾਂ ਦਾ ਆਪ ਸਹਿਯੋਗ ਕਰਦੇ ਰਹੇ, ਆਉਣ ਵਾਲੀਆਂ ਸੰਗਤਾਂ ਦਾ ਅਤੇ ਭੈਣ ਕਮਲੇਸ਼ ਕੌਰ ਦਾ ਵੀ ਸਾਥ ਦਿਓਗੇ। ਅਤੇ ਅੱਗੇ ਹੁਣ ਅਸੀਂ ਭੈਣ ਜੀ ਹੁਣਾਂ ਦੇ ਟੈਸਟ ਜਿਹੜੇ ਡਾਕਟਰ ਸਾਹਿਬ ਹੁਣਾਂ ਨੇ ਲਿਖੇ ਨੇ ਕਰਵਾਉਣ ਜਾ ਰਹੇ ਹਾਂ, ਅਤੇ ਅਗਲੇ ਦੀ ਜੋ ਵੀ ਜਾਣਕਾਰੀ ਜਾਂ ਜਿਵੇਂ ਵੀ ਭੈਣ ਜੀ ਉਹਨਾਂ ਨੂੰ ਦਾਖਲ ਕਰਵਾਉਂਦੇ ਆਪ ਸਭ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ। ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।